जे बदलाव आउणा हुंदा तां 70 सालां तो हुण तक बदलाव आ जांदा। जगीरदार कौन ने? बादल के आ, अमरिंदर होरी हैं। उन्हां ने वोटां राहीं बदलाव लियाउण दा प्रोग्राम रखिया ही नहीं होया, इस करके वोटां राहीं बदलाव नहीं आउंदा। उन्हां दियां वोटां दे सिस्टम तो झाक खत्म करो। वोटां तां ओह जातां पातां दे नां ते, गोतां दे नां ते, धर्मां दे नां ते, ओह इलाकिਆਂ ਦੇ ਨਾਂ ਤੇ, ਬੋਲੀਆਂ ਦੇ ਨਾਂ ਤੇ, ਮੁਹੱਲਿਆਂ ਦੇ ਨਾਂ ਤੇ ਇਹਨਾਂ ਨੂੰ ਲੋਕਾਂ ਨੂੰ ਪਾੜ ਦਿੰਦੇ ਆ। ਰਾਜ ਕੱਲਾ ਪਾਰਲੀਮੈਂਟ ਤੇ ਵਿਧਾਨ ਸਭਾਵਾਂ ਰਾਹੀਂ ਨਹੀਂ ਚੱਲਦਾ। ਬਦਲਾਅ ਵੋਟਾਂ ਰਾਹੀਂ ਨਹੀਂ ਆ ਸਕਦਾ। ਉਹਦਾ ਇਸ ਗੱਲ ਨੂੰ ਸਮਝਣ ਵਾਸਤੇ ਇਹ ਗੱਲ ਜ਼ਰੂਰੀ ਹੈ ਵੀ ਬਦਲਾਅ ਹੁੰਦਾ ਕੀ ਹੈ। ਬੇਰੁਜ਼ਗਾਰੀ ਖਤਮ ਕਰਾਂਗੇ, ਗਰੀਬੀ ਹਟਾਵਾਂਗੇ, ਵਿਕਾਸ ਕਰਾਂਗੇ, ਆਹੀ ਨਾਅਰੇ ਨੇ 70 ਸਾਲਾਂ ਤੋਂ। ਇਹ ਨਾਅਰੇ ਕੀ ਨੇ? ਕਿਸਾਨੀ ਦੀਆਂ ਬਾਕੀ ਸਾਰੀਆਂ ਗੱਲਾਂ ਬਾਅਦ 'ਚ। ਪਹਿਲੀ ਗੱਲ ਹੈ ਕਿਸਾਨੀ ਜ਼ਮੀਨ ਦੀ ਥੁੜ ਦੀ ਮਾਰੀ ਹੋਈ। ਮਸਲਾ ਇਹ ਹੈ ਵੀ ਅਸਲ 'ਚ ਮੁਲਕ ਆਜ਼ਾਦ ਨਹੀਂ ਹੋਇਆ 47 'ਚ। ਵੋਟਾਂ ਨਾਲ ਤਾਂ ਉਹ ਇਹ ਨਜਿੱਠਦੇ ਆ ਵੀ ਆਪਣੇ 'ਚੋਂ ਗੱਦੀ 'ਤੇ ਬੈਠਣ, ਕਿਹੜਾ ਧੜਾ ਗੱਦੀ 'ਤੇ ਬੈਠੇ, ਇਹ ਉਹਨਾਂ ਨੇ ਕਿਸੇ ਢੰਗ ਨਾਲ ਤਾਂ ਨਜਿੱਠਣਾ। ਇਸ ਕਰਕੇ ਉਹ ਵੋਟਾਂ ਪਵਾਉਂਦੇ ਆ। ਸਰਕਾਰ ਨਹੀਂ ਬਦਲੀ, ਲੋਕਾਂ ਨੇ ਰਾਜ ਬਦਲਿਆ। ਸਾਡੇ ਦੇਸ਼ ਦੀਆਂ ਨੀਤੀਆਂ ਇੱਥੋਂ ਦੀਆਂ ਲੋੜਾਂ ਦੇ ਹਿਸਾਬ ਨਾਲ ਨਹੀਂ ਬਣਦੀਆਂ। 47 ਚੋਂ ਪੂੰਜੀ ਨਿਕਲੀ ਨਹੀਂ, ਸਗੋਂ ਹੋਰਾਂ ਮੁਲਕਾਂ ਦੀ ਆ ਗਈ। ਉਹ ਪੂੰਜੀ ਇੱਥੋਂ ਮੁਨਾਫਾ ਬਾਹਰ ਕਮਾ ਕੇ ਲੈ ਜਾਂਦੀ ਹੈ ਬਹੁਤ ਵੱਡੀ ਪੱਧਰ 'ਤੇ। ਕਿੰਨਾ ਕਾਰੋਬਾਰ, ਕਿੰਨੀਆਂ ਕੰਪਨੀਆਂ, ਅਤੇ ਸਾਡੇ ਦੇਸ਼ ਦੇ ਕਾਰਖਾਨੇਦਾਰ ਝਾਕਦੇ ਆ। दो 2022 ਦੀਆਂ ਚੋਣਾਂ ਨੂੰ ਲੈ ਕੇ ਚੋਣ ਸਰਗਰਮੀਆਂ ਜਾਰੀ ਹੈ। ਹਰ ਇੱਕ ਪਾਰਟੀ ਪ੍ਰਚਾਰ ਕਰ ਰਹੀ ਹੈ, ਹਰ ਇੱਕ ਪਾਰਟੀ ਕਹਿ ਰਹੀ ਹੈ ਅਸੀਂ ਬਦਲਾਅ ਲਿਆਵਾਂਗੇ, ਅਸੀਂ ਕੁਝ ਲੋਕਾਂ ਲਈ ਕਰਾਂਗੇ, ਅਸੀਂ ਉਹ ਆ ਜੋ ਤੁਹਾਡੇ ਆ। ਇਹ ਹਰ ਇੱਕ ਪਾਰਟੀ ਕਹਿ ਰਹੀ ਹੈ। ਕੀ ਵੋਟਾਂ ਆਮ ਲੋਕਾਂ ਦੀ ਜ਼ਿੰਦਗੀ 'ਚ ਬਦਲਾਅ ਲਿਆ ਸਕਦੀਆਂ? 70 ਸਾਲ ਤੋਂ ਵੋਟਾਂ ਪਾਉਂਦੇ ਆਉਂਦੇ ਆ ਲੋਕ। ਕਈ ਲੋਕਾਂ ਦੇ ਵੀ ਕਹਿਣਗੇ 70 ਸਾਲ ਹੋ ਗਏ ਵੋਟਾਂ ਪਾਉਂਦਿਆਂ ਨੂੰ, ਪਰ ਸਾਡੀ ਜ਼ਿੰਦਗੀ ਨਹੀਂ ਬਦਲੀ। ਵੋਟਾਂ ਪਰ ਕੁਝ ਲੋਕ ਕਹਿੰਦੇ ਆ ਕਿ ਵੋਟਾਂ ਰਾਹੀਂ ਹੀ ਬਦਲਾਅ ਆ ਸਕਦਾ। ਗੱਲਬਾਤ ਕਰਾਂਗੇ ਸਾਡੇ ਨਾਲ ਪਵੇਲ ਕੁੱਸਾ ਜੀ ਨੇ, ਕੀ ਵੋਟਾਂ ਰਾਹੀਂ ਬਦਲਾਅ ਆਉਂਦਾ ਜਾਂ ਨਹੀਂ, ਜਾਂ ਕੁਝ ਹੋਰ ਵਿਸ਼ਿਆਂ 'ਤੇ। ਕੁੱਸਾ ਸਾਹਿਬ ਸਵਾਗਤ ਹੈ ਜੀ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕਿਵੇਂ ਦੇਖਦੇ ਹੋ? ਮੇਰਾ ਪਹਿਲਾ ਸਵਾਲ ਹੈ, ਲੋਕਾਂ ਦਾ ਕਹਿਣਾ ਹੈ ਕਿ ਬਦਲਾਅ ਵੋਟਾਂ ਰਾਹੀਂ ਆਉਂਦਾ, ਅਤੇ ਕੁਝ ਲੋਕ ਇਹ ਵੀ ਕਹਿੰਦੇ ਆ ਕਿ 70 ਸਾਲ ਹੋ ਗਏ ਵੋਟਾਂ ਪਾਈ ਜਾਂਦਿਆਂ ਨੂੰ, ਅੱਕੇ ਪਏ ਆ, ਹਾਲੇ ਤੱਕ ਜ਼ਿੰਦਗੀ 'ਚ ਬਦਲਾਅ ਨਹੀਂ ਆਇਆ। ਕੀ ਇਹ ਦੋਨਾਂ ਗੱਲਾਂ, ਦੋਨਾਂ ਕੁਐਸਚਨਾਂ ਦਾ ਕੀ ਉੱਤਰ ਹੈ? ਦੇਖੋ, ਇਹ ਗੱਲ ਬਿਲਕੁਲ ਠੀਕ ਹੈ ਵੀ ਜੇ ਬਦਲਾਅ ਆਉਣਾ ਹੁੰਦਾ ਤਾਂ 70 ਸਾਲਾਂ ਤੋਂ ਹੁਣ ਤੱਕ ਬਦਲਾਅ ਆ ਜਾਂਦਾ ਜੀ। ਸਗੋਂ ਇੱਦੋਂ ਉਲਟ ਵਾਪਰਿਆ ਇਹ ਹੈ ਵੀ ਪਹਿਲਾਂ ਦੇ ਨਾਲੋਂ ਨਿਘਾਰ ਜ਼ਿਆਦਾ ਤੁਰਿਆ ਆਉਂਦਾ ਗਿਆ ਹੈ, ਬਦਲਾਅ ਨਹੀਂ ਆਇਆ। ਉਹਦਾ ਕਾਰਨ ਇਹ ਹੈ, ਦੇਖੋ ਵੋਟਾਂ ਨਾਲ ਜਿਹੜਾ ਇਹ ਰਾਜ ਪ੍ਰਬੰਧ ਹੈ, ਜਿਹੜੀਆਂ ਦੇਸ਼ ਦੇ ਅੰਦਰ ਜਿਨ੍ਹਾਂ ਜਮਾਤਾਂ ਦਾ ਪੈਦਾਵਾਰ ਦੇ ਵਸੀਲਿਆਂ 'ਤੇ ਕਬਜ਼ਾ ਹੈ, ਉਹਨਾਂ ਜਮਾਤਾਂ ਦਾ ਇਹ ਰਾਜ ਹੈ। ਅਤੇ ਉਹਨਾਂ ਜਮਾਤਾਂ ਨੇ ਲੋਕਾਂ ਨੂੰ ਵੋਟਾਂ ਰਾਹੀਂ ਇਹ ਇਖਤਿਆਰ ਨਹੀਂ ਦਿੱਤਾ ਹੋਇਆ ਵੀ ਉਹ ਮਰਜ਼ੀ ਨਾਲ ਇਹਨਾਂ ਜਮਾਤਾਂ ਤੋਂ ਪੈਦਾਵਾਰ ਦੇ ਵਸੀਲੇ ਖੋਹ ਲੈਣ। ਪੈਦਾਵਾਰ ਦੇ ਵਸੀਲੇ ਕੀ ਹੈ? ਇੱਥੋਂ ਦੇ ਕਾਰਖਾਨੇ, ਪੂੰਜੀ ਅਤੇ ਜ਼ਮੀਨ ਅਤੇ ਜੋ ਹੋਰ ਕੁਦਰਤੀ ਸੰਦ ਸਾਧਨ ਸੋਮੇ, ਉਹਨਾਂ ਸਾਰਿਆਂ 'ਤੇ ਲੁਟੇਰੀਆਂ ਜਮਾਤਾਂ ਦਾ ਕਬਜ਼ਾ ਹੈ। ਉਹਨਾਂ ਨੇ ਵੋਟਾਂ ਰਾਹੀਂ ਬਦਲਾਅ ਲਿਆਉਣ ਦਾ ਪ੍ਰੋਗਰਾਮ ਰੱਖਿਆ ਹੀ ਨਹੀਂ ਹੋਇਆ, ਇਸ ਕਰਕੇ ਵੋਟਾਂ ਰਾਹੀਂ ਬਦਲਾਅ ਨਹੀਂ ਆਉਂਦਾ। ਉਹਨਾਂ ਨੇ ਅਸੈਂਬਲੀਆਂ ਬਣਾਈਆਂ, ਉਹਨਾਂ ਨੇ ਵਿਧਾਨ ਸਭਾਵਾਂ, ਪਾਰਲੀਮੈਂਟ ਇਹ ਬਣਾਏ। ਵੋਟਾਂ ਤਾਂ ਪਾਰਲੀਮੈਂਟ ਅਤੇ ਵਿਧਾਨ ਸਭਾ ਦੀਆਂ ਪੈਂਦੀਆਂ। ਰਾਜ ਇਕੱਲਾ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਰਾਹੀਂ ਨਹੀਂ ਚੱਲਦਾ। ਰਾਜ ਅਫਸਰਸ਼ਾਹੀ ਨਾਲ ਚੱਲਦਾ ਹੈ, ਰਾਜ ਅਦਾਲਤਾਂ ਨਾਲ ਚੱਲਦਾ ਹੈ, ਕਾਨੂੰਨ ਬਣੇ ਹੋਏ ਹੈ। ਹੁਣ ਆਪਣੇ ਤਾਂ ਸਵਾਲ ਇਹੀ ਉੱਠ ਖੜ੍ਹਦਾ ਵੀ ਜਿਵੇਂ ਵੱਡੇ ਤੋਂ ਵੱਡਾ ਮੁੱਦਾ ਇਹ ਹੁੰਦਾ ਵੀ ਅੱਛਾ ਫਿਰ ਇਹ ਸਰਕਾਰਾਂ ਕਾਨੂੰਨ ਦੇ ਹਿਸਾਬ ਨਾਲ ਨਹੀਂ ਚੱਲਦੀਆਂ। ਜੇ ਕਿਤੇ ਕਾਨੂੰਨ ਦੇ ਹਿਸਾਬ ਨਾਲ ਚੱਲਣ ਫਿਰ ਤਾਂ ਜਿਵੇਂ ਕਿਤੇ ਇੱਥੇ ਲੋਕਾਂ ਦੀ ਜ਼ਿੰਦਗੀ ਖੁਸ਼ਹਾਲ ਹੋ ਜੇ, ਸੌਖੀ ਹੋ ਜੇ। ਗੱਲ ਇਹਦੋਂ ਉਲਟ ਹੈ। ਮੇਨਲੀ ਉਹ ਉਸੇ ਕਾਨੂੰਨਾਂ ਦੇ ਹਿਸਾਬ ਨਾਲ ਹੀ ਚੱਲਦੀਆਂ। ਕਾਨੂੰਨ ਹੈ ਹੀ ਇਹੋ ਜਿਹੇ ਰੱਖੇ ਹੋਏ ਉਹਨਾਂ ਨੇ। ਉਹਨਾਂ ਕੋਲੇ ਜਾਇਦਾਦ ਦੀ ਰੱਖਿਆ ਕਰਨ ਦਾ ਕਾਨੂੰਨ ਹੈ। ਕੋਈ ਇੱਥੇ ਅਰਬਾਂ ਖਰਬਾਂ ਜਾਇਦਾਦ ਰੱਖ ਸਕਦਾ ਜੀ, ਅਤੇ ਅਰਬਾਂ ਖਰਬਾਂ ਜਾਇਦਾਦ ਕਿਵੇਂ ਬਣਦੀ ਹੈ ਸਾਰਿਆਂ ਨੂੰ ਪਤਾ ਹੈ। ਕੋਈ ਇੱਕ ਪਰਿਵਾਰ ਦੇ 5 ਜੀ ਅਮਾਨੀ ਅਡਾਨੀ ਹੋਰੀ ਮਤਲਬ ਕਿਰਤ ਕਰਕੇ ਤਾਂ ਉਹ ਜਾਇਦਾਦ ਬਣਾ ਨਹੀਂ ਸਕਦੇ। ਭਾਰਤ ਦਾ ਕਾਨੂੰਨ ਉਹਨਾਂ ਦੀ ਉਸ ਜਾਇਦਾਦ ਦੀ ਰੱਖਿਆ ਕਰਦਾ। ਭਾਰਤ ਦਾ ਕਾਨੂੰਨ ਮਤਲਬ ਹਜ਼ਾਰ ਏਕੜ ਵਾਲਿਆਂ ਦੀ ਜ਼ਮੀਨ ਦੀ ਰੱਖਿਆ ਕਰਦਾ। ਭਾਰਤ ਦਾ ਕਾਨੂੰਨ ਇਹਦੇ ਖਿਲਾਫ ਬੋਲਣ ਵਾਲਿਆਂ ਨੂੰ ਟਾਡਾ, ਪੋਟਾ, UAPA, ਦੇਸ਼ ਧਰੋਹ ਉਹ ਲਾਉਂਦਾ।
ਅੰਗਰੇਜ਼ਾਂ ਵੇਲੇ ਦੇ ਕਾਨੂੰਨ ਜਿਹੜੇ 47 ਤੋਂ ਪਹਿਲਾਂ ਅੰਗਰੇਜ਼ਾਂ ਨੇ ਭਾਰਤ ਦੇ ਲੋਕਾਂ ਨੂੰ ਕੁਚਲਣ ਲਈ ਬਣਾਏ ਹੋਏ ਸੀ, ਉਹੀ ਕਾਨੂੰਨ ਇਹਨਾਂ ਨੇ 1935 ਦਾ ਗਵਰਨਮੈਂਟ ਆਫ ਇੰਡੀਆ ਐਕਟ ਹੈ ਜਿਹੜਾ ਉਹ ਅਪਣਾ ਕੇ ਉਵੇਂ ਹੀ 47 ਚ ਭਾਰਤ ਦੇ ਸੰਵਿਧਾਨ ਚ ਦਰਜ ਕਰ ਲਿਆ ਤੇ ਉਹਨਾਂ ਕਾਨੂੰਨਾਂ ਦੇ ਨਾਲ ਹੀ ਇਹ ਰਾਜ ਕਰਦੇ ਆ। ਇਸ ਕਰਕੇ ਇੱਕ ਪਹਿਲਾਂ ਬਹੁਤ ਸਾਫ਼ ਗੱਲ ਹੈ ਵੀ ਬਦਲਾਅ ਵੋਟਾਂ ਰਾਹੀਂ ਨਹੀਂ ਆ ਸਕਦਾ। ਉਹਦਾ ਇਸ ਗੱਲ ਨੂੰ ਸਮਝਣ ਵਾਸਤੇ ਇਹ ਗੱਲ ਜ਼ਰੂਰੀ ਹੈ ਵੀ ਬਦਲਾਅ ਹੁੰਦਾ ਕੀ ਹੈ। ਬਦਲਾਅ ਦਾ ਮਤਲਬ ਇਹ ਹੈ ਵੀ ਦੇਸ਼ ਦੇ ਲੋਕਾਂ ਦਾ ਪੈਦਾਵਾਰ ਦੇ ਵਸੀਲਿਆਂ ਦੇ ਮਾਲਕ ਬਣਨਾ। ਲੋਕਾਂ ਕੋਲੇ ਗੁਜ਼ਾਰੇ ਦੇ ਸਾਧਨ ਚਾਹੀਦੇ ਆ, ਲੋਕਾਂ ਕੋਲੇ ਜ਼ਮੀਨ ਚਾਹੀਦੀ ਹੈ, ਲੋਕਾਂ ਨੂੰ ਰੁਜ਼ਗਾਰ ਚਾਹੀਦਾ, ਲੋਕਾਂ ਦੇ ਹੱਥ 'ਚ ਪੂੰਜੀ ਚਾਹੀਦੀ ਹੈ। ਇਹ ਚੀਜ਼ਾਂ ਜੇ ਲੋਕਾਂ ਦੇ ਕੋਲੇ ਹੋਣਗੀਆਂ ਤਾਂ ਹੀ ਲੋਕਾਂ ਦਾ ਗੁਜ਼ਾਰਾ ਸੌਖਾ ਹੋਊ। ਪੈਦਾਵਾਰ ਦੇ ਵਸੀਲਿਆਂ ਤੋਂ ਲੋਕ ਵਾਂਝੇ ਆ। ਰੁਜ਼ਗਾਰ ਇਸ ਕਰਕੇ ਉੱਜੜਦਾ ਕਿਉਂਕਿ ਸਾਮਰਾਜੀ ਕੰਪਨੀਆਂ ਜਿਹੜੀਆਂ ਉਹ ਦੇਸ਼ ਦੇ ਅੰਦਰੋਂ ਜਾਂ ਵੱਡੇ ਕਾਰਪੋਰੇਟ ਆ ਜਿਹੜੇ ਉਹ ਬਹੁਤ ਸਾਰੀ ਜਿਹੜੀ ਉਹੋ ਜਿਹੀ ਇੰਡਸਟਰੀ ਉਹੋ ਜਿਹਾ ਮਸ਼ੀਨਰੀ ਵਾਲੀ ਸਨਅਤ ਲਾਉਂਦੇ ਆ ਜਿਹਦੇ 'ਚ ਰੁਜ਼ਗਾਰ ਬਹੁਤ ਥੋੜ੍ਹਾ। ਜਿਹੜੀ ਰੁਜ਼ਗਾਰ ਦੇਣ ਵਾਲੀ ਸਨਅਤ ਹੈ ਉਹ ਬੁਰੀ ਤਰ੍ਹਾਂ ਉੱਜੜੀ ਹੋਈ ਹੈ। ਕਿਸਾਨੀ ਦਾ ਸੰਕਟ ਕੀ ਹੈ? ਕਿਸਾਨੀ ਦੀਆਂ ਬਾਕੀ ਸਾਰੀਆਂ ਗੱਲਾਂ ਬਾਅਦ 'ਚ। ਪਹਿਲੀ ਗੱਲ ਹੈ ਕਿਸਾਨੀ ਜ਼ਮੀਨ ਦੀ ਥੁੜ ਦੀ ਮਾਰੀ ਹੋਈ ਹੈ। ਠੇਕੇ 'ਤੇ ਲੈ ਕੇ ਜ਼ਮੀਨ ਵਾਹੁੰਦੇ ਆ, ਕਿੰਨਾ ਠੇਕਾ ਨਿਕਲ ਜਾਂਦਾ। ਕਿੰਨੀਆਂ ਮਲਟੀਨੈਸ਼ਨਲ ਕੰਪਨੀਆਂ ਰੇਹਾਂ ਸਪਰੇਆਂ ਤੇ ਬੀ ਲੁੱਟ ਕੇ ਉਹਨਾਂ ਰਾਹੀਂ ਲੁੱਟ ਕੇ ਲੈ ਜਾਂਦੀਆਂ। ਰਹਿੰਦਾ ਖੁੰਦਾ ਕਸਰ ਜਿਹੜਾ ਕਰਜ਼ਾ ਲਿਆ ਹੁੰਦਾ ਪਿੰਡ ਦੇ ਸ਼ਾਹੂਕਾਰ ਤੋਂ ਤੇ ਆੜ੍ਹਤੀਏ ਤੋਂ ਉਹਦੇ 'ਚ ਨਿਕਲ ਜਾਂਦਾ। ਕਿਸਾਨ ਦੇ ਪੱਲੇ ਬਹੁਤ ਥੋੜ੍ਹਾ ਪੈਂਦਾ ਜੀ। ਇਹ ਉਹਦਾ ਸੰਕਟ ਹੈ। ਇਹਦਾ ਮਤਲਬ ਜ਼ਮੀਨ ਨਾ ਹੋਣਾ ਉਹਦਾ ਸੰਕਟ ਹੈ। ਇਹ ਚੀਜ਼ਾਂ ਲੋਕਾਂ ਕੋਲੇ ਆਉਣ, ਇਹ ਬਦਲਾਅ ਹੈ। ਤੇ ਤੁਸੀਂ ਜਦੋਂ ਕੋਈ ਇਹ ਗੱਲ ਸਮਝ ਲੈਂਦਾ ਉਹ ਸੌਖਾ ਹੀ ਦੇਖ ਸਕਦਾ ਵੀ ਵੋਟਾਂ ਦੇ ਰਾਹੀਂ 70 ਸਾਲਾਂ 'ਚ ਇਹ ਤਾਂ ਚੋਣ ਮੁਹਿੰਮਾਂ ਦੇ ਮੁੱਦੇ ਹੀ ਨਹੀਂ ਹੁੰਦੇ, ਇਹ ਵੋਟਾਂ ਦੇ ਮੁੱਦੇ ਨਹੀਂ ਹੁੰਦੇ। ਵੋਟਾਂ 'ਚ ਕੀ ਹੁੰਦਾ ਦੇਖੋ, ਆਮ ਤੌਰ 'ਤੇ ਨਾਅਰੇ ਇਹ ਨੇ ਬੇਰੁਜ਼ਗਾਰੀ, ਮਹਿੰਗਾਈ ਖਤਮ ਕਰਾਂਗੇ, ਬੇਰੁਜ਼ਗਾਰੀ ਖਤਮ ਕਰਾਂਗੇ, ਗਰੀਬੀ ਹਟਾਵਾਂਗੇ, ਵਿਕਾਸ ਕਰਾਂਗੇ। ਆਹੀ ਨਾਅਰੇ ਨੇ 70 ਸਾਲਾਂ ਤੋਂ। ਇਹ ਨਾਅਰੇ ਕੀ ਨੇ? ਇਹ ਨਾਅਰੇ ਬੇਨਕਸ਼ ਨਾਅਰੇ ਹੈ। ਬੇਨਕਸ਼ ਦਾ ਮਤਲਬ ਕੀ ਹੈ? ਇਹ ਸਿਰਫ ਸਮੱਸਿਆ ਦੱਸਦੇ ਹਾਂ ਇੱਥੇ ਬੇਰੁਜ਼ਗਾਰੀ ਹੈ, ਇੱਥੇ ਮਹਿੰਗਾਈ ਹੈ, ਇਹਨੂੰ ਖਤਮ ਕਰਾਂਗੇ। ਕਿਵੇਂ ਕਰਾਂਗੇ ਇਹ ਕੋਈ ਨਹੀਂ ਦੱਸਦਾ। ਹੁਣ ਵੀ ਬਹੁਤ ਸਾਰੇ ਕਹਿ ਰਹੇ ਅਸੀਂ 1000 ਰੁਪਇਆ ਦੇਵਾਂਗੇ, ਅਸੀਂ 1500 ਰੁਪਇਆ ਦੇਵਾਂਗੇ, ਅਸੀਂ 2000 ਰੁਪਇਆ ਦੇਵਾਂਗੇ। ਪਰ ਕਾਰਨ ਉਹਦਾ ਇਹ ਹੈ ਜਿਹੜੀ ਮੈਂ ਪਹਿਲਾਂ ਕਿਹਾ ਬਦਲਾਅ ਕੀ ਹੁੰਦਾ ਜਾਂ ਇਹ ਖਤਮ ਕਿਵੇਂ ਹੋਣਗੀਆਂ। ਜੇ ਖਤਮ ਕਰਨੀਆਂ ਕਿਸੇ ਕੋਲੋਂ ਕੁਝ ਖੋਣਾ ਪਊ, ਦੂਜਿਆਂ ਨੂੰ ਕੁਝ ਦੇਣਾ ਪਊ। ਇਹ ਬਦਲਾਅ ਹੈ। ਇਦੋਂ ਬਿਨਾਂ ਆਪਣੇ ਦੇਸ਼ 'ਚ ਬਦਲਾਅ ਨਹੀਂ ਹੋ ਸਕਦਾ। ਕੁਝ ਲੋਕਾਂ ਕੋਲੇ ਜ਼ਮੀਨ ਪੂੰਜੀ ਤੇ ਸਾਰਾ ਜੋ ਸੰਦ ਸਾਧਨ ਸਭ ਕੁਝ ਹੈ ਤੇ ਦੂਜੇ ਕਰੋੜਾਂ ਲੋਕ ਵਾਂਝੇ ਹੈ। ਇਹਦਾ ਮਤਲਬ ਉਹਨਾਂ ਤੋਂ ਖੋ ਕੇ ਦੂਜਿਆਂ ਨੂੰ ਦੇਣਾ ਹੀ ਪਊ। ਇਹੀ ਬਦਲਾਅ ਹੋਊ। ਤੇ ਫਿਰ ਬਦਲਾਅ ਤੁਸੀਂ ਲਾ ਸਕਦੇ ਹੋ ਹਿਸਾਬ ਵੀ ਚੋਣਾਂ ਦੇ ਵਿੱਚ ਇਹ ਖੋਣ ਦੀ ਤਾਂ ਕੋਈ ਗੱਲ ਨਹੀਂ ਕਰ ਸਕਦਾ। ਜੇ ਕੋਈ ਖੋਣ ਦੀ ਗੱਲ ਕਰੇ ਭਲਾ ਵੀ ਅਸੀਂ ਜ਼ਮੀਰਦਾਰਾਂ ਤੋਂ ਜ਼ਮੀਨ ਖੋ ਕੇ ਵੰਡ ਦਿਆਂਗੇ ਗਰੀਬਾਂ 'ਚ, ਅਸੀਂ ਸ਼ਾਹੂਕਾਰਾਂ ਦੇ ਕਰਜ਼ੇ ਖਤਮ ਕਰ ਦਿਆਂਗੇ, ਅਸੀਂ ਬੈਂਕਾਂ ਦੇ ਕਰਜ਼ੇ ਗਰੀਬਾਂ ਨੂੰ ਦੇਣ ਲੱਗ ਜਾਵਾਂਗੇ, ਅਸੀਂ ਮਲਟੀਨੈਸ਼ਨਲ ਕੰਪਨੀਆਂ ਦੇਸ਼ 'ਚੋਂ ਬਾਹਰ ਕਰ ਦਿਆਂਗੇ, ਅਸੀਂ ਦੇਸ਼ ਦੇ ਵਿਕਾਸ ਨੂੰ ਆਪਦੇ ਹਿਸਾਬ ਨਾਲ ਵਿਉਂਤਾਂਗੇ। ਜੇ ਕੋਈ ਇਹ ਕੰਮ ਕਰਨ ਦੀ ਗੱਲ ਕਰੇ ਉਹ ਤਾਂ ਭਾਰਤ ਦਾ ਸੰਵਿਧਾਨ ਉਹਨੂੰ ਤਾਂ ਚੋਣਾਂ ਲੜਨ ਦੀ ਇਜਾਜ਼ਤ ਨਹੀਂ ਦਿੰਦਾ। ਚੋਣ ਲੜ ਹੀ ਨਹੀਂ ਸਕਦੇ ਤੁਸੀਂ। ਉਹ ਕਹਿੰਦਾ ਵੀ ਸੰਵਿਧਾਨ ਦੇ ਹਿਸਾਬ ਨਾਲ ਚੱਲਣਾ ਪਊ, ਸੰਵਿਧਾਨ ਇਹ ਇਖਤਿਆਰ ਨਹੀਂ ਦਿੰਦਾ। ਇਸ ਕਰਕੇ ਜਾਣੀ ਚੋਣਾਂ ਬਦਲਾਅ ਦਾ ਜ਼ਰੀਆ ਨਹੀਂ। ਚੋਣਾਂ ਤਾਂ ਜਿਹੜਾ ਇਹ ਸਥਾਪਿਤ ਸਿਸਟਮ ਹੈ, ਜਿਹੜਾ ਇਹ ਢਾਂਚਾ ਚੱਲ ਰਿਹਾ, ਇਹ ਤਾਂ ਉਸੇ ਨੂੰ ਹੀ ਅੱਗੇ ਵਧਾਉਣ ਦਾ ਜ਼ਰੀਆ ਹੈ। ਇਹ ਠੀਕ ਹੈ ਵੀ ਕਿਸੇ ਸਮੇਂ ਦੇਸ਼ ਦੇ ਅੰਦਰ ਰਾਜ ਕਰਨ ਵਾਲੇ ਲੋਕਾਂ ਦੀਆਂ ਕੋਈ ਲੋੜਾਂ ਹੁੰਦੀਆਂ। ਕਦੇ ਉਹਨਾਂ ਨੇ ਕੰਪਨੀਆਂ ਵੱਧ ਸੱਦਣੀਆਂ, ਕਦੇ ਘੱਟ ਸੱਦਣੀਆਂ, ਕਦੇ ਦੁਨੀਆ ਦੀਆਂ ਹਾਲਾਤਾਂ ਦੇ ਹਿਸਾਬ ਨਾਲ ਉਹਨਾਂ ਦੀਆਂ ਜੋ ਲੋੜਾਂ ਸੀ ਉਹਨਾਂ ਨੇ ਉਵੇਂ ਰਾਜ ਚਲਾਇਆ। ਕੋਈ ਸਮੇਂ ਬਦਲਦੇ ਆ, ਉਹਨਾਂ ਦੀਆਂ ਤਰਜੀਹਾਂ ਬਦਲ ਜਾਂਦੀਆਂ, ਉਹਨਾਂ ਦੀਆਂ ਲੋੜਾਂ ਬਦਲ ਜਾਂਦੀਆਂ, ਉਹ ਨਾਅਰੇ ਬਦਲ ਲੈਂਦੇ ਆ, ਉਹ ਢੰਗ ਤਰੀਕੇ ਬਦਲ ਲੈਂਦੇ ਆ। ਕਦੇ ਉਹ ਪਾਰਲੀਮੈਂਟ ਦਾ ਦਿਖਾਵਾ ਵਧਾ ਦਿੰਦੇ ਆ ਜਦੋਂ ਉਹਨਾਂ ਨੂੰ ਥੋੜ੍ਹਾ ਜਿਹਾ ਲੋਕਾਂ ਤੋਂ ਖਤਰਾ ਜਾਪਦਾ ਜਾਂ ਲੋਕਾਂ ਦੇ ਘੋਲ ਉੱਠਦੇ ਆ, ਇਹ ਦਿਖਾਵਾ ਘਟਾ ਦਿੰਦੇ ਆ। ਕਦੇ ਉਹ ਫੌਜ ਨੂੰ, ਪੁਲਿਸਾਂ ਨੂੰ ਪਟੇ ਖੋਲ੍ਹ ਦਿੰਦੇ ਆ ਉਹਨਾਂ ਦੇ ਵੀ, ਠੀਕ ਹੈ ਜਿਵੇਂ ਮਰਜ਼ੀ ਨਜਿੱਠ ਲਓ ਲੋਕਾਂ ਦੇ ਘੋੜਾਂ ਨੂੰ ਦਬਾਉਣਾ। ਤਾਂ ਜਦੋਂ ਲੱਗਦਾ ਵੀ ਅੱਛਾ ਹੁਣ ਇਹਦੇ ਨਾਲ ਤਾਂ ਬਾਹਲੀ ਬਦਨਾਮੀ ਹੁੰਦੀ ਆ, ਫਿਰ ਉਹ ਥੋੜ੍ਹਾ ਜਿਹਾ ਇਹਦੇ 'ਤੇ ਹੋਰ ਪਰਦਾ ਜਿਹੜਾ ਵੀ ਹੁਣ ਵੋਟਾਂ ਪਵਾ ਲਓ, ਐਂ ਕਰ ਲਓ। ਇਹ ਹੈ। ਇਸ ਕਰਕੇ ਵੋਟਾਂ ਮੁੱਖ ਤੌਰ 'ਤੇ ਉਹਨਾਂ ਦੇ ਆਪ ਦੇ ਰੌਲੇ ਨਜਿੱਠਣ ਦਾ ਜ਼ਰੀਆ ਹੈ। ਬਦਲਾਅ ਨਹੀਂ ਆਉਂਦਾ ਵੋਟਾਂ ਨਾਲ। ਤਾਂ ਉਹ ਇਹ ਨਜਿੱਠਦੇ ਆ ਵੀ ਆਪਣੇ 'ਚੋਂ ਗੱਦੀ 'ਤੇ ਬੈਠਣ, ਕਿਹੜਾ ਧੜਾ ਗੱਦੀ 'ਤੇ ਬੈਠੇ, ਇਹ ਉਹਨਾਂ ਨੇ ਕਿਸੇ ਢੰਗ ਨਾਲ ਤਾਂ ਨਜਿੱਠਣਾ। ਇਸ ਕਰਕੇ ਉਹ ਵੋਟਾਂ ਪਵਾਉਂਦੇ ਆ। ਦੂਜਾ, ਲੋਕਾਂ ਦੇ ਮਨਾਂ 'ਚ ਭੁਲੇਖਾ ਬਣਾ ਕੇ ਰੱਖਣਾ ਤਾਂ ਕਿ ਲੋਕ ਇਹਨੂੰ ਉਹਨਾਂ ਦੀ ਮਰਜ਼ੀ ਦਾ ਰਾਜ ਸਮਝਦੇ ਰਹਿਣ। ਲੋਕ ਐਂ ਸਮਝਦੇ ਰਹਿਣ ਵੀ ਦੇਖੋ ਆਪਾਂ ਹੀ ਸਰਕਾਰ ਚੁਣੀ ਹੈ, ਚਲੋ ਆਹ ਨਹੀਂ ਫਿਰ ਆਹ ਚੁਣ ਲਓ। ਤਾਂ ਕਿ ਲੋਕ ਜਿਹਨੂੰ ਕੋਈ ਹੇਠਲੀ ਉੱਤੇ ਕਹਿ ਸਕਦਾ, ਜਿਹਨੂੰ ਜੋਕਾਂ ਦੇ ਰਾਜ ਦਾ ਖਾਤਮਾ ਕਹਿ ਸਕਦਾ, ਜਿਹਨੂੰ ਆ ਸਾਰੀ ਵੰਡ ਨਵੇਂ ਸਿਰਿਓਂ ਕਰਨਾ ਕਹਿ ਸਕਦਾ, ਵੀ ਇਸ ਰਾਹ ਨਾ ਤੁਰਨ। ਲੋਕਾਂ ਨੂੰ ਇਹ ਬਣਿਆ ਰਹੇ ਵੀ ਠੀਕ ਹੈ ਅਸੀਂ ਸਾਡਾ ਰਾਜ ਆ, ਅਸੀਂ ਹੁਣ ਇਹਨੂੰ ਨਹੀਂ ਇਹਨੂੰ ਚੁਣਦੇ ਹਾਂ। ਸੋ ਇਸ ਢੰਗ ਨਾਲ ਇਹ ਜਿਹੜੀਆਂ ਵੋਟਾਂ ਇਹ ਬਦਲਾਅ ਦਾ ਜ਼ਰੀਆ ਨਹੀਂ, ਇਹ ਤਾਂ ਜੋ ਸਥਾਪਿਤ ਰਾਜ ਭਾਗ ਹੈ ਉਸੇ ਨੂੰ ਕੰਟੀਨਿਊ ਕਰਨ ਦਾ, ਉਹਨੂੰ ਉਵੇਂ ਹੀ ਚਲਾਈ ਰੱਖਣ ਦਾ ਜ਼ਰੀਆ। ਫਿਰ ਵੋਟਾਂ ਜੇ ਨਹੀਂ ਜ਼ਰੀਆ ਫਿਰ ਜ਼ਰੀਆ ਕੀ ਹੈ? ਕਿਉਂਕਿ ਲੋਕਤੰਤਰ ਦੇ ਵਿੱਚ ਤਾਂ ਵੋਟਾਂ ਹੀ ਆ। ਵੋਟਾਂ 5 ਸਾਲ ਬਾਅਦ ਆਉਂਦੀਆਂ, ਲੋਕਾਂ ਨੂੰ ਇਹ ਲੱਗਦਾ ਕਿਸਮਤ ਬਦਲੂਗੀ। ਤੁਸੀਂ ਕਹਿੰਦੇ ਵੋਟਾਂ ਨਾਲ ਬਦਲਾਅ ਨਹੀਂ ਆਉਂਦਾ, ਫਿਰ ਇਹਦਾ ਹੋਰ ਹੱਲ ਕੀ ਹੈ? ਹਾਂ, ਇਹਦਾ ਹੱਲ ਦੇਖੋ, ਇਹੀ ਗੱਲ ਜਿਹੜੀ ਭਾਰਤ ਦੇ ਲੋਕਾਂ ਨੂੰ ਸਮਝਣੀ ਚਾਹੀਦੀ ਹੈ। ਹੁਣ ਤੱਕ 70 ਸਾਲਾਂ 'ਚ ਜਦੋਂ ਉਹ ਸਮਝਣਗੇ ਉਦੋਂ ਹੀ ਇਸ ਗੱਲ ਨਾਲ ਇਹ ਗੱਲ ਮੁੱਕਣੀ ਹੈ।
ਜਿਹੜਾ ਵੋਟਾਂ ਦੇ ਨਾਲ ਬਦਲਾਅ ਦਾ ਮਸਲਾ ਹੈ, ਅਸਲ 'ਚ ਬਦਲਾਅ ਆਉਂਦਾ ਲੋਕਾਂ ਦੇ ਜਿਹੜਾ ਮੈਂ ਪਹਿਲਾਂ ਕਿਹਾ ਵੀ ਲੋਕਾਂ ਦੇ ਹੱਥ 'ਚ ਪੈਦਾਵਾਰ ਦੇ ਵਸੀਲੇ ਆਉਣ ਨਾਲ ਹੈ, ਲੋਕਾਂ ਦੇ ਹੱਥ 'ਚ ਜ਼ਮੀਨ ਆਉਣ ਨਾਲ, ਲੋਕਾਂ ਦੇ ਹੱਥ 'ਚ ਪੂੰਜੀ ਆਉਣ ਨਾਲ, ਲੋਕਾਂ ਨੂੰ ਰੁਜ਼ਗਾਰ ਮਿਲਣ ਨਾਲ, ਲੋਕ ਆਪਦੀਆਂ ਵਿਉਂਤਾਂ ਆਪਦੀ ਜ਼ਿੰਦਗੀ ਨੂੰ ਵਿਉਂਤਣ ਦੀਆਂ ਵਿਉਂਤਾਂ ਆਪ ਬਣਾਉਣ, ਇਹਦੇ ਨਾਲ ਇਹ ਬਦਲਾਅ ਹੈ। ਅੱਛਾ, ਇਹ ਲੋਕਾਂ ਨੇ ਇੱਕ ਤਰ੍ਹਾਂ ਆਪਦੀ ਤਾਕਤ ਇਕੱਠੀ ਕਰਕੇ ਇਸ ਰਾਜ ਭਾਗ ਨੂੰ ਬਦਲ ਕੇ ਲਿਆਉਣਾ ਹੈ, ਇਹਨੂੰ ਇਨਕਲਾਬ ਕਹਿੰਦੇ ਆ। ਸ਼ਹੀਦ ਭਗਤ ਸਿੰਘ ਦਾ ਨਾਅਰਾ ਸੀ ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ। ਉਹ ਬਦਲਾਅ ਇਹ ਹੁੰਦਾ ਹੈ, ਦੁਨੀਆ ਦੇ ਦੇਸ਼ਾਂ 'ਚ ਆਇਆ, ਚੀਨ 'ਚ ਆਇਆ, ਰੂਸ 'ਚ ਆਇਆ, ਕਿਊਬਾ 'ਚ ਆਇਆ ਕਿਸੇ ਵੇਲੇ, ਹੋਰ ਵੀ ਬਹੁਤ ਸਾਰੇ ਮੁਲਕਾਂ 'ਚ, ਲਤੀਨੀ ਅਮਰੀਕਾ ਦੇ ਮੁਲਕਾਂ 'ਚ ਵੀ ਲੋਕਾਂ ਨੇ ਰਾਜ ਪਲਟੇ ਕਰਕੇ ਲੋਕਾਂ ਨੇ ਆਪਦੀਆਂ ਹਕੂਮਤਾਂ ਕਾਇਮ ਕੀਤੀਆਂ। ਕਿਤੇ ਨਹੀਂ ਰਹਿ ਸਕੀਆਂ, ਕਿਤੇ ਵੱਧ ਸਮਾਂ ਰਹੀਆਂ, ਕਿਸੇ ਥਾਵਾਂ ਦੇ ਉੱਤੇ ਜਿਵੇਂ ਚੀਨ ਤੇ ਰੂਸ ਦੁਨੀਆ 'ਚ ਮਾਡਲ ਬਣ ਕੇ ਉੱਭਰੇ। ਉਹ ਬਦਲਾਅ ਕੀ ਸੀਗੇ? ਉਹ ਬਦਲਾਅ ਇਹੀ ਸੀਗੇ ਵੀ ਲੋਕਾਂ ਨੇ ਸਰਕਾਰ ਨਹੀਂ ਬਦਲੀ, ਲੋਕਾਂ ਨੇ ਰਾਜ ਬਦਲਿਆ। ਤੇ ਰਾਜ ਬਦਲਣ ਵਾਸਤੇ ਜਿਹੜੀਆਂ ਰਾਜ ਕਰਦੀਆਂ ਜਮਾਤਾਂ, ਉਹ ਵੋਟਾਂ ਦਾ ਹਥਿਆਰ ਲੋਕਾਂ ਦੇ ਹੱਥ 'ਚ ਨਹੀਂ ਫੜਾਉਂਦੀਆਂ ਵੀ ਤੁਸੀਂ ਵੋਟਾਂ ਦੇ ਨਾਲ ਇਹ ਬਦਲ ਦਿਓ। ਦੇਖੋ, ਇਹਦੇ ਮੈਂ ਮੋਟੀ ਜੀ ਗੱਲ ਕਰਦਾ ਵੀ ਰਾਜ ਬਦਲਣ ਦਾ ਮਤਲਬ ਕੀ ਹੈ। ਰਾਜ ਬਦਲਣ ਦਾ ਮਤਲਬ ਆ ਇੱਕ ਗੱਲ ਵੀ ਦੇਸ਼ ਦੇ ਅੰਦਰ ਅਸਲ 'ਚ ਜਗੀਰਦਾਰੀ ਭਰੂ ਹੈ। ਜਗੀਰਦਾਰੀ ਦਾ ਮਤਲਬ ਕਈ ਵਾਰੀ ਅਸੀਂ ਐਂ ਸਮਝ ਲੈਂਦੇ ਹਾਂ ਵੀ ਜਿਵੇਂ ਬਹੁਤ ਸੈਂਕੜੇ ਏਕੜ ਵਾਲੇ, ਹਜ਼ਾਰਾਂ ਏਕੜ ਵਾਲੇ ਜਗੀਰਦਾਰ, ਇਕੱਲਾ ਇਹਦਾ ਮਤਲਬ ਇਹ ਨਹੀਂ। ਇਹ ਵੀ ਹੈਗੇ ਆ, ਪੰਜਾਬ 'ਚ ਵੀ ਹੈਗੇ ਆ, ਬਾਹਰਲੀਆਂ ਸਟੇਟਾਂ 'ਚ ਜ਼ਿਆਦਾ ਹੈ, ਪਰ ਇੱਕ ਹੋਰ ਰੂਪ ਹੈ ਇਹਦਾ ਜਗੀਰਦਾਰੀ ਦਾ। ਜ਼ਮੀਨ ਕਿਸਾਨਾਂ ਕੋਲੇ ਜ਼ਮੀਨ ਦੀ ਤੋਟ ਹੋਣਾ, ਉਹਨਾਂ ਦਾ ਜ਼ਮੀਨ ਤੇ ਦੂਜਿਆਂ ਤੇ ਨਿਰਭਰ ਹੋਣਾ, ਤੇ ਜ਼ਮੀਨ ਦੇ ਵਿੱਚ ਸ਼ਾਹੂਕਾਰਾਂ ਦੇ ਕਰਜ਼ਿਆਂ ਦੇ ਰਾਹੀਂ ਉਹਨਾਂ ਦੀ ਲੁੱਟ ਹੋਣੀ। ਇਹਨੂੰ ਵੀ ਜਗੀਰੂ ਲੁੱਟੀ ਕਹਿੰਦੇ ਆ। ਇਹ ਵੀ ਜਗੀਰਦਾਰੀ ਦਾ ਇੱਕ ਰੂਪ ਹੀ ਆ ਲੁੱਟ ਦਾ। ਇਸ ਕਰਕੇ ਇੱਕ ਮੁਲਕ ਦੀ ਵੱਡੀ ਸਮੱਸਿਆ ਇਹ ਹੈ। ਜਗੀਰਦਾਰ ਕੌਣ ਨੇ? ਬਾਦਲ ਕੇ ਆ, ਅਮਰਿੰਦਰ ਹੋਰੀ ਆ, ਇੱਥੇ ਹੋਰ ਕਿੰਨੇ ਜਿਹੜੇ ਪੰਜਾਬ 'ਚ ਬਰਾੜ, ਹਰਚਰਨ ਬਰਾੜ ਹੋਰੀ ਹੈ, ਤਾਂ ਆਪ ਹੀ ਲੀਡਰਾਂ 'ਚੋਂ ਨੇ ਸਿੱਧੇ, ਇਹਦੂ ਬਿਨਾਂ ਵੀ ਨੇ। ਇਹਨਾਂ ਦੇ ਕੋਲੋਂ ਜ਼ਮੀਨਾਂ ਖੋਹ ਕੇ ਲੋਕਾਂ ਦੇ ਹੱਥ ਜਾਣੀਆਂ। ਇੱਕ ਮੁਲਕ ਦਾ ਮਸਲਾ ਇਹ ਹੈ। ਦੂਜਾ ਮੁਲਕ ਦਾ ਮਸਲਾ ਇਹ ਹੈ ਵੀ ਅਸਲ 'ਚ ਇਹ ਮੁਲਕ ਆਜ਼ਾਦ ਨਹੀਂ ਹੋਇਆ 47 'ਚ। 47 'ਚ ਇਹ ਮੁਲਕ ਸੱਤਾ ਬਦਲੀ ਹੋਈ ਸੀ ਇੱਥੋਂ ਦੇ ਜਗੀਰਦਾਰਾਂ ਤੇ ਇੱਥੋਂ ਦੇ ਜਿਹੜੇ ਟਾਟੇ ਬਿਰਲੇ, ਜਿਹਨੂੰ ਦਲਾਲ ਸਰਮਾਏਦਾਰ ਕਹਿ ਦਿੰਦੇ ਆ, ਵੱਡੇ ਸਰਮਾਏਦਾਰ ਕਹਿ ਦਿੰਦੇ ਆ, ਉਹਨਾਂ ਕੋਲੇ ਸੱਤਾ ਉਹਨਾਂ ਨੂੰ ਇੱਕ ਵਾਰੀ ਸੌਂਪਤੀ ਅੰਗਰੇਜ਼ਾਂ ਨੇ। ਪਰ ਨਾਲ ਆਪਦਾ ਜਿਹੜਾ ਇਕੱਲੇ ਅੰਗਰੇਜ਼ ਨਹੀਂ, ਹੋਰ ਜਿਹੜੇ ਸਾਮਰਾਜੀ ਮੁਲਕ ਸੀ, ਅਮਰੀਕਾ ਵਰਗੇ, ਜਾਪਾਨ ਵਰਗੇ, ਫਰਾਂਸ ਵਰਗੇ, ਉਹਨਾਂ ਮੁਲਕਾਂ ਦਾ ਦਖਲ ਵੀ ਬਣਿਆ ਰਿਹਾ। ਉਹਨਾਂ ਦੀ ਮਰਜ਼ੀ ਭੁਗਦੀ ਹੈ। ਹੁਣ ਭਾਰਤ ਵਿਸ਼ਵ ਵਪਾਰ ਸੰਸਥਾ ਦਾ ਮੈਂਬਰ ਹੈ, ਭਾਰਤ ਸਾਮਰਾਜੀਆਂ ਦੀਆਂ ਹੋਰ ਸੰਸਥਾਵਾਂ ਦਾ ਮੈਂਬਰ ਹੈ। ਉਹਨਾਂ ਦਾ ਜਦੋਂ ਸੰਸਾਰ 'ਚੋਂ ਤੈਅ ਕਰਦੇ ਆ ਵੀ ਹੁਣ ਵਪਾਰ ਕਿਵੇਂ ਚੱਲੇ, ਹੁਣ ਖੇਤੀ 'ਚ ਕੀ ਨੀਤੀਆਂ ਬਣਨ, ਹੁਣ ਸਨਅਤ 'ਚ ਕੀ ਨੀਤੀਆਂ ਬਣਨ, ਉਹਨਾਂ ਦੇ ਉੱਥੋਂ ਦੀਆਂ ਫੈਕਟਰੀਆਂ ਕਿਵੇਂ ਚੱਲਣ, ਉੱਥੋਂ ਦੇ ਕਾਰੋਬਾਰ ਕਿਵੇਂ ਚੱਲਣ, ਇਹਦੇ ਹਿਸਾਬ ਨਾਲ ਨੀਤੀਆਂ ਬਣਦੀਆਂ ਸਾਡੇ ਦੇਸ਼ ਦੀਆਂ। ਸਾਡੇ ਦੇਸ਼ ਦੀਆਂ ਨੀਤੀਆਂ ਇੱਥੋਂ ਦੀਆਂ ਲੋੜਾਂ ਦੇ ਹਿਸਾਬ ਨਾਲ ਨਹੀਂ ਬਣਦੀਆਂ। ਹੁਣ ਇਹ ਬਦਲਾਅ ਦਾ ਮਸਲਾ ਹੈ ਵੀ ਸਾਮਰਾਜ ਤੋਂ ਮੁਕਤ ਹੋਣਾ, ਜਗੀਰਦਾਰੀ ਦਾ ਖਾਤਮਾ ਕਰਨਾ ਤੇ ਸਾਮਰਾਜ ਤੋਂ ਮੁਕਤ ਹੋ ਕੇ ਉਹਨਾਂ ਦੀ ਪੂੰਜੀ ਜ਼ਬਤ ਕਰਨੀ। ਉਹਨਾਂ ਦੀ ਪੂੰਜੀ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਲੱਗੀ ਹੋਈ ਆ। ਉਹ ਅੰਗਰੇਜ਼ਾਂ ਦੀ ਵੀ ਲੱਗੀ ਹੁੰਦੀ ਸੀ। 47 ਚੋਂ ਪੂੰਜੀ ਨਿਕਲੀ ਨਹੀਂ, ਹੋਰਾਂ ਮੁਲਕਾਂ ਦੀ ਆ ਗਈ। ਉਹ ਪੂੰਜੀ ਇੱਥੋਂ ਮੁਨਾਫਾ ਬਾਹਰ ਕਮਾ ਕੇ ਲੈ ਜਾਂਦੀ ਹੈ ਬਹੁਤ ਵੱਡੀ ਪੱਧਰ ਤੇ। ਕਿੰਨਾ ਕਾਰੋਬਾਰ, ਕਿੰਨੀਆਂ ਕੰਪਨੀਆਂ, ਤੇ ਸਾਡੇ ਦੇਸ਼ ਦੇ ਕਾਰਖਾਨੇਦਾਰ ਝਾਕਦੇ ਆ। ਜਿਹੜਾ ਲੁਧਿਆਣੇ, ਗੋਬਿੰਦਗੜ੍ਹ ਦੀਆਂ ਛੋਟੀਆਂ ਕਿੰਨੀਆਂ ਫੈਕਟਰੀਆਂ ਉਹ ਬੰਦ ਹੁੰਦੀਆਂ, ਉਹ ਤਬਾਹ ਹੋ ਰਹੀਆਂ, ਉੱਜੜ ਰਹੀਆਂ। ਉਹਨਾਂ ਦੇ ਹਿਸਾਬ ਨਾਲ ਨੀਤੀਆਂ ਬਣਦੀਆਂ। ਇਸ ਕਰਕੇ ਇਹਨਾਂ ਦੋ ਵੱਡੇ ਇਹ ਮਸਲੇ ਆ। ਇਹ ਮੁਲਕ ਤੋਂ ਦੋ ਵੱਡੇ ਜਾਣੀ ਕਿ ਗੁਲਾਮੀ, ਜਿਹੜੀ ਜਗੀਰਦਾਰੀ ਦਾ ਦਬਦਬਾ ਤੇ ਸਾਮਰਾਜ ਦੀ ਗੁਲਾਮੀ, ਇਹਨੂੰ ਖਤਮ ਕਰੇ ਤੋਂ ਬਿਨਾਂ ਲੋਕਾਂ ਦੀ ਜ਼ਿੰਦਗੀ ਬਦਲ ਨਹੀਂ ਸਕਦੀ। ਇਹ ਬਦਲਣੀ ਹੈ ਲੋਕਾਂ ਦੇ ਸੰਘਰਸ਼ਾਂ ਦੇ ਜ਼ੋਰ, ਘੋਲਾਂ ਦੇ ਜ਼ੋਰ। ਸੰਘਰਸ਼ਾਂ ਦੇ ਠੀਕ ਹੈ, ਅੱਜ ਸੰਘਰਸ਼ ਬਹੁਤ ਛੋਟੀ ਪੱਧਰ ਤੇ ਚੱਲਦੇ। ਅੱਜ ਸੰਘਰਸ਼ ਧਰਨਿਆਂ, ਮੁਜ਼ਾਹਰਿਆਂ ਤੱਕ ਸੀਮਿਤ ਹੈ। ਇਹ ਸੰਘਰਸ਼ ਕਦੇ ਇਸ ਗੱਲ ਤੇ ਪਹੁੰਚਣਗੇ ਵੀ ਦੇਸ਼ ਦੇ ਵਿੱਚ ਫਲਾਣੀ ਸੰਧੀ ਹੈ ਜਿਹੜੀ ਸਾਮਰਾਜੀਆਂ ਨੇ ਕੀਤੀ, ਉਹ ਖਤਮ ਕਰੋ। ਕਦੇ ਇਹ ਸੰਘਰਸ਼ ਇਸ ਗੱਲ ਤੇ ਪਹੁੰਚਣਗੇ ਵੀ ਜ਼ਮੀਨ ਵੰਡੋ। ਕਹਿਣਗੇ ਨਹੀਂ ਸਰ ਵੰਡੋ, ਲੋਕ ਜ਼ਮੀਨ ਕਬਜ਼ੇ 'ਚ ਲੈਣਗੇ। ਲੋਕ ਸਾਮਰਾਜੀ ਕੰਪਨੀਆਂ ਦਾ ਜਿਉਣਾ ਮੁਹਾਲ ਕਰ ਦੇਣਗੇ। ਉਹਦਾ ਟ੍ਰੇਲਰ ਦੇਖਿਆ ਨਾ ਪੰਜਾਬ 'ਚ, ਟੋਲ ਪਲਾਜੇ ਬੰਦ ਹੋਏ। ਇਹ ਤਾਂ ਬਹੁਤ ਛੋਟਾ ਜਿਹਾ ਟ੍ਰੇਲਰ ਹੈ, ਇੱਕ ਰਿਲਾਇੰਸ ਵਾਲਿਆਂ ਦਾ ਮਾਲ ਬੰਦ ਹੋ ਗਏ। ਪਰ ਜਦੋਂ ਲੋਕ ਜਾਗ ਜਾਣਗੇ, ਉੱਠ ਖੜਨਗੇ, ਜਦੋਂ ਇਕੱਲੇ ਕਿਸਾਨ ਨਹੀਂ, ਖੇਤ ਮਜ਼ਦੂਰ ਤੇ ਹੋਰ ਬਾਕੀ ਸਾਰੇ ਤਬਕੇ ਰਲ ਜਾਣਗੇ, ਉਹ ਉੱਠ ਕੇ ਦੇਸ਼ ਦੇ ਅੰਦਰ ਇਹੋ ਜਿਹੇ ਹਾਲਾਤ ਬਣਾ ਦੇਣਗੇ ਵੀ ਸਾਮਰਾਜੀਆਂ ਨੂੰ ਮੁਲਕ ਛੱਡਣਾ ਪਵੇ। ਜਗੀਰਦਾਰਾਂ ਦੀ ਉਹ ਜ਼ਮੀਨ ਲੋਕ ਗਰੀਬਾਂ 'ਚ ਵੰਡ ਦੇਣਗੇ, ਉਹਨਾਂ ਦੇ ਸੰਦ ਸਾਧਨ ਵੰਡ ਦੇਣਗੇ, ਸ਼ਾਹੂਕਾਰਾਂ ਤੇ ਉਹ ਮਤਲਬ ਕਰਜ਼ੇ ਤੇ ਜਿਹੜੇ ਉਹਨਾਂ ਦਾ ਢਾਂਚਾ ਉਹ ਖਤਮ ਕਰ ਦੇਣਗੇ, ਤੇ ਆਪਦੀਆਂ ਮੁਕਾਬਲੇ ਦੀਆਂ ਸੰਸਥਾਵਾਂ ਬਣਾ ਲੈਣਗੇ।
ਪਿੰਡਾਂ 'ਚ ਕਿਸਾਨ ਮਜ਼ਦੂਰ ਕਮੇਟੀਆਂ, ਸ਼ਹਿਰਾਂ ਦੇ ਵਿੱਚ ਵੀ ਜਿਹੜੇ ਕਿਰਤੀਆਂ ਦੀਆਂ ਸਨਅਤਕਾਰਾਂ ਸਨਅਤੀ ਮਜ਼ਦੂਰਾਂ ਦੀਆਂ ਤੇ ਗਰੀਬ ਜਿਹੜੇ ਹੋਰ ਹਿੱਸੇ ਉਹਨਾਂ ਦੀਆਂ ਕਮੇਟੀਆਂ, ਉਹ ਰਾਜ ਭਾਗ ਆਪਦੇ ਹੱਥ 'ਚ ਲੈ ਲੈਣਗੇ। ਉਹ ਸਾਰਾ ਸੰਚਾਲਨ ਰਾਜ ਭਾਗ ਦਾ ਕਰਨਾ ਸ਼ੁਰੂ ਕਰ ਦੇਣਗੇ। ਇਹੀ ਇਨਕਲਾਬ ਹੁੰਦਾ। ਇਸੇ ਦਾ ਨਾਰਾ ਭਗਤ ਸਿੰਘ ਨੇ ਲਾਇਆ ਸੀ। ਇਹੀ ਰੂਸ ਤੇ ਚੀਨ ਦੇ ਅੰਦਰ ਵਾਪਰਿਆ। ਇਹ ਗੱਲਾਂ ਥੋੜ੍ਹੀਆਂ ਵੱਡੀਆਂ ਲੱਗਦੀਆਂ, ਦੂਰ ਦੀਆਂ ਲੱਗਦੀਆਂ। ਐਂ ਲੱਗਦਾ ਵੀ ਅੱਛਾ ਐਡੀ ਵੱਡੀ ਗੱਲ ਕਿਵੇਂ, ਤੇ ਲੋਕਾਂ ਨੂੰ ਐਂ ਲੱਗਣ ਲੱਗ ਜਾਂਦਾ ਵੀ ਯਾਰ ਇਹ ਤਾਂ ਬਹੁਤ ਵੱਡਾ ਕੋਈ ਘਮਸਾਣ ਦਾ ਮਸਲਾ ਹੈ। ਫਿਰ ਇਹ ਤਾਂ ਚਲੋ ਜਦੋਂ ਹੋਊ ਦੇਖੀ ਜਾਊ। ਵੀ ਵੋਟਾਂ ਫਿਰ ਹੁਣ ਆਈਆਂ, ਇਹਦੇ 'ਚ ਆਪਾਂ ਕੁਝ ਵੀ ਨਹੀਂ ਕਰ ਸਕਦੇ। ਇਹ ਇੱਕ ਬਹੁਤ ਮਹੱਤਵਪੂਰਨ ਗੱਲ ਹੈ ਵੀ ਅਸਲ 'ਚ ਇਹੀ ਗੱਲ ਸਮਝਣੀ ਪੈਣੀ ਹੈ ਵੀ ਐਡੀ ਵੱਡੀ ਤਬਦੀਲੀ ਦੀ ਗੱਲ, ਐਡਾ ਜਿਹੜਾ ਮੈਂ ਪਹਿਲਾਂ ਦੱਸਿਆ ਵੀ ਐਡੀ ਹਿਲਜੁਲ ਵਾਲਾ ਕੰਮ ਵੋਟਾਂ ਦੇ ਰਾਹੀਂ ਇਹ ਹੋ ਨਹੀਂ ਸਕਦਾ। ਸਗੋਂ ਵੋਟਾਂ ਤਾਂ ਇਦੋਂ ਉਲਟ ਹੈ। ਵੋਟਾਂ ਤਾਂ ਉਹ ਜਾਤਾਂ ਪਾਤਾਂ ਦੇ ਨਾਂ 'ਤੇ, ਗੋਤਾਂ ਦੇ ਨਾਂ 'ਤੇ, ਧਰਮਾਂ ਦੇ ਨਾਂ 'ਤੇ, ਉਹ ਇਲਾਕਿਆਂ ਦੇ ਨਾਂ 'ਤੇ, ਬੋਲੀਆਂ ਦੇ ਨਾਂ 'ਤੇ, ਮੁਹੱਲਿਆਂ ਦੇ ਨਾਂ 'ਤੇ ਇਹਨਾਂ ਨੂੰ ਲੋਕਾਂ ਨੂੰ ਪਾੜ ਦਿੰਦੇ ਆ। ਜਿਹੜੀ ਲੋਕਾਂ ਨੇ ਸੰਘਰਸ਼ ਕਰਕੇ ਏਕਤਾ ਕਮਾਈ ਹੁੰਦੀ ਹੈ ਪਹਿਲੇ 5 ਸਾਲਾਂ ਦੇ ਵਿੱਚ, ਵੋਟਾਂ ਦੇ ਵਿੱਚ ਆ ਕੇ ਉਸ ਏਕਤਾ ਨੂੰ ਚੀਰਾ ਦੇ ਦਿੱਤਾ ਜਾਂਦਾ। ਇਸ ਕਰਕੇ ਲੋਕਾਂ ਵਾਸਤੇ ਤਾਂ ਇਹ ਮਸਲਾ ਹੈ ਵੀ ਉਹ ਇਹ ਫਿਕਰ ਨਾ ਕਰਨ ਵੀ ਆਪਾਂ ਵੋਟਾਂ 'ਚ ਦਾ ਕੋਈ ਲਾਹਾ ਲੈ ਲਈਏ, ਕੁਛ ਤਾਂ ਚੰਗਾ ਕਰ ਲਈਏ, ਥੋੜ੍ਹਾ ਬਹੁਤਾ ਕਰ ਲਈਏ। ਉਹ ਇਹ ਫਿਕਰ ਕਰਨ ਵੀ ਇਸ ਹਮਲੇ ਤੋਂ ਬਚੀਏ ਕਿਵੇਂ। ਇਹ ਜਿਹੜਾ ਉਹਨਾਂ ਦਾ ਹਾਕਮਾਂ ਦਾ ਲੋਕਾਂ 'ਤੇ ਹਮਲਾ ਹੈ ਵੋਟਾਂ, ਇਹਦੇ ਤੋਂ ਜਿੰਨਾ ਕੁ ਵੀ ਏਕਤਾ ਕਮਾਈ ਹੈ, ਜਿੰਨਾ ਕੁ ਸੰਘਰਸ਼ ਰਾਹੀਂ ਪ੍ਰਾਪਤੀਆਂ ਕੀਤੀਆਂ, ਉਹਨਾਂ ਨੂੰ ਸਾਂਭ ਕੇ ਕਿਵੇਂ ਰੱਖ ਲਈਏ ਤੇ ਇਹਨਾਂ ਨੂੰ ਅੱਗੇ ਕਿਵੇਂ ਲੈ ਜਾਈਏ, ਅੱਗੇ ਕਿਵੇਂ ਵਧੀਏ। ਇਸ ਕਰਕੇ ਲੋਕਾਂ ਵਾਸਤੇ ਇਹ ਸਰੋਕਾਰ ਬਣਨਾ ਚਾਹੀਦਾ ਵੋਟਾਂ ਦੇ ਦਿਨਾਂ 'ਚ ਵੀ ਉਹ ਹਾਕਮਾਂ ਦੇ ਇਸ ਹਮਲੇ ਤੋਂ ਬਚਣ, ਸੰਘਰਸ਼ਾਂ ਨੂੰ ਬਚਾਉਣ, ਇਹਨਾਂ ਨੂੰ ਮਜ਼ਬੂਤ ਕਰਨ ਤੇ ਇਹਨਾਂ ਨੂੰ ਇਨਕਲਾਬ ਦੇ ਸੰਘਰਸ਼ਾਂ 'ਚ ਬਦਲਣ। ਜੇ ਲੋਕ ਖੇਤੀ ਕਾਨੂੰਨ ਰੱਦ ਕਰਾ ਸਕਦੇ ਆ ਸੰਸਦ 'ਚ, ਤਾਂ ਉਹ ਆ ਬਾਕੀ ਮੁੱਦੇ ਆ ਜਿਹੜੇ ਉਹ ਵੀ ਹੱਲ ਕਰਾ ਸਕਦੇ ਆ। ਪਰ ਜਿਵੇਂ ਲੋਕਾਂ ਨੂੰ ਇੱਕ ਸਵਾਲ ਆਉਂਦਾ, ਮੈਂ ਆਪ ਹੀ ਇੱਕ ਕੁਐਸਚਨ ਕਰਦਾ, ਲੋਕ ਕਹਿੰਦੇ ਆ ਵੀ ਯਾਰ ਫਿਰ ਤੁਸੀਂ ਇਹ ਗੱਲ ਤਾਂ ਠੀਕ ਕਹਿੰਦੇ ਹੋ ਜਿਹੜੇ ਯੂਨੀਅਨ ਵਾਲੇ ਹੋ ਵੀ ਇਹ ਤਾਂ ਗੱਲ ਠੀਕ ਹੈ ਵੀ ਆਪਾਂ ਧਰਨੇ ਮੁਜ਼ਾਹਰੇ ਨਾਲ ਹੱਲ ਕਰਾ ਲਾਂਗੇ ਮਸਲੇ, ਵੀ ਆਪਾਂ ਸਦਾ ਧਰਨੇ ਹੀ ਲਈ ਜਾਵਾਂਗੇ, ਆਪਾਂ ਸਦਾ ਹੀ ਐਂ ਕਰੀ ਜਾਵਾਂਗੇ। ਵੀ ਇਹ ਇਉਂ ਨਹੀਂ, ਆਪਾਂ ਵਿਧਾਨ ਸਭਾ 'ਚ ਚੱਲੋ, ਸਰਕਾਰ ਬਣਾਓ ਆਪਦੀ। ਇੱਥੋਂ ਤੱਕ ਤਾਂ ਲੋਕ ਠੀਕ ਸੋਚਦੇ ਆ ਵੀ ਆਪਾਂ ਸਦਾ ਹੀ ਧਰਨੇ ਹੀ ਲਾਈ ਜਾਵਾਂਗੇ, ਐਂ ਮਸਲੇ ਹੱਲ ਕਰਾਈ ਜਾਵਾਂਗੇ, ਐਂ ਕਿਵੇਂ ਹੋਊਗਾ। ਇੱਥੋਂ ਤੱਕ ਤਾਂ ਠੀਕ ਹੈ, ਬਿਲਕੁਲ ਐਂ ਨਹੀਂ। ਤਾਕਤ ਹੱਥ 'ਚ ਲਓ। ਰੌਲਾ ਕਿੱਥੇ ਹੈ? ਤਾਕਤ ਹੱਥ ਵਿਧਾਨ ਸਭਾ 'ਚ ਜਾ ਕੇ ਨਹੀਂ ਆਉਣੀ, ਤਾਕਤ ਹੱਥ ਪਾਰਲੀਮੈਂਟ 'ਚ ਜਾ ਕੇ ਨਹੀਂ ਆਉਣੀ। ਇਹ ਤਾਂ ਉਹਨਾਂ ਦੀ ਸੰਸਥਾ ਹੈ, ਉਹਨਾਂ ਨੇ ਆਪਦੀਆਂ ਲੋੜਾਂ ਵਾਸਤੇ ਬਣਾਈ ਹੈ। ਉੱਥੇ ਤਾਂ ਉਹ ਪਹਿਲੀ ਗੱਲ ਤਾਂ ਉਹਨੂੰ ਬਹਿਣ ਨਹੀਂ ਦਿੰਦੇ। ਜਿਹੜੀਆਂ ਗੱਲਾਂ ਮੈਂ ਕਰਦਾ, ਜੇ ਕੋਈ ਇਹ ਗੱਲਾਂ ਕਰੇ ਉਹਨੂੰ ਵਿਧਾਨ ਸਭਾ 'ਚ ਕੋਈ ਜਾਣ ਦੇ ਦੂ। ਜਗੀਰਦਾਰਾਂ ਦੀ ਜ਼ਮੀਨ ਵੰਡਣ ਦੀ ਗੱਲ, ਸਾਮਰਾਜੀਆਂ ਨੂੰ ਬਾਹਰ ਕਰਨ ਦੀ ਗੱਲ, ਕਰਜ਼ਿਆਂ 'ਤੇ ਲੀਕ ਮਰਾਉਣ ਦੀ ਗੱਲ, ਤੇ ਮਤਲਬ ਲੋਕਾਂ ਦੇ ਹਿਸਾਬ ਦੇ ਫੈਸਲੇ ਲੈਣ ਦੀ ਗੱਲ ਜਾਣ ਨਹੀਂ ਦਿੰਦੇ। ਜੇ ਕੋਈ ਜਾ ਵੀ ਬੜੂ, ਉਹ ਉੱਥੇ ਜਾ ਕੇ ਆਹ ਗੱਲਾਂ ਤਾਂ ਦੂਰ, ਉੱਥੇ ਤਾਂ ਕੋਈ ਸਧਾਰਨ ਗੱਲ ਨਹੀਂ ਕਰਨ ਦਿੰਦੇ। ਵਿਧਾਨ ਸਭਾ ਤਾਂ ਜੁੜਦੀ ਹੋਈ ਨਹੀਂ ਸਾਲ, ਜੇ ਨਾ ਵੀ ਜੁੜੇ ਤਾਂ ਵੀ ਰਾਜ ਚੱਲੀ ਜਾਂਦਾ। ਆ ਹੁਣ ਕੋਵਿਡ ਦੇ ਵਿੱਚ ਵਿਧਾਨ ਸਭਾ ਕਿੰਨੀ ਕੁ ਜੁੜੀ ਸੀ। ਇਸ ਕਰਕੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਵੀ ਵਿਧਾਨ ਸਭਾ 'ਚ ਜਾ ਕੇ ਨਹੀਂ ਇਹ ਗੱਲ ਹੱਲ ਹੋਣੀ ਵੀ ਆਪਾਂ ਧਰਨੇ ਲਈ ਜਾਵਾਂਗੇ। ਬਿਲਕੁਲ ਆਪਾਂ ਧਰਨੇ ਨਹੀਂ ਲਈ ਜਾਣੇ, ਆਪਾਂ ਰਾਜ ਹੱਥ 'ਚ ਲੈਣਾ। ਤੇ ਰਾਜ ਹੱਥ 'ਚ ਲੈਣ ਵਾਸਤੇ ਲੜਦੇ ਹੱਕਾਂ ਦੀਆਂ ਲੜਾਈਆਂ ਲੜਦੇ ਆਪਦੀ ਤਾਕਤ ਉਸਾਰਨੀ ਸ਼ੁਰੂ ਕਰ ਦਿਓ ਤੇ ਵਿਧਾਨ ਸਭਾ ਤੋਂ ਤੇ ਸਰਕਾਰਾਂ ਤੋਂ ਨਿਰਭਰਤਾ ਘਟਾਉਣੀ ਸ਼ੁਰੂ ਕਰ ਦਿਓ। ਨਿਰਭਰਤਾ ਘਟਾਉਂਦੇ ਜਾਓ, ਉਹਨਾਂ ਦੀ ਸੰਸਥਾਵਾਂ ਨੂੰ, ਉਹਨਾਂ ਦੇ ਕਾਨੂੰਨਾਂ ਅਦਾਲਤਾਂ ਨੂੰ ਵਾਧੂ ਦੇ ਬਣਾਉਂਦੇ ਜਾਓ, ਆਪਦੇ ਹੱਥ ਤਾਕਤ ਲੈਂਦੇ ਜਾਓ। ਇੱਕ ਸਟੇਜ 'ਤੇ ਜਾ ਕੇ ਉਹਨੂੰ ਧੱਕਾ ਮਾਰੋ ਤੇ ਉਹ ਇਸ ਰਾਜ ਭਾਗ ਨੂੰ ਉਲਟਾ ਕੇ ਲੋਕ ਆਪ ਦਾ ਰਾਜ ਭਾਗ ਕਾਇਮ ਕਰਨ। ਇਹ ਕੰਮ ਹੈ ਜਿਹੜਾ ਇਹ ਹੋਣਾ ਅਸਲ 'ਚ ਦੇਸ਼ ਦੇ ਅੰਦਰ। ਇਲੈਕਸ਼ਨ ਕਮਿਸ਼ਨ ਜਾਂ ਕਹਿੰਦੀ ਸਰਕਾਰ ਬਣੀ ਹੋ, ਇੱਕ ਆਪਸ਼ਨ ਵੀ ਦਿੱਤੀ ਜਾਂਦੀ ਹੈ ਕਿ ਜੇਕਰ ਤੁਹਾਨੂੰ ਨਹੀਂ ਪਸੰਦ ਇਹਨਾਂ 'ਚ ਕੋਈ ਵੀ, ਤੁਸੀਂ ਨੋਟਾਂ ਨੂੰ ਵੋਟਾਂ ਪਾ ਸਕਦੇ ਹੋ। ਨੋਟਾਂ ਨੂੰ ਵੋਟ ਪਾਤੀ, ਜਿਹੜੇ ਤੁਹਾਡੇ ਬਾਕੀ ਉਮੀਦਵਾਰ ਆ ਉਹਨਾਂ ਦੀ ਜਿਹੜੀ ਆ ਉਹ ਰੱਦ ਹੋ ਜਾਊਗੀ ਤੇ ਉਹ ਵੋਟਾਂ ਚੋਣਾਂ 'ਚ ਲੜ ਨਹੀਂ ਸਕਦੇ। ਨੋਟਾਂ ਵੀ ਤਾਂ ਇੱਕ ਹੈ। ਫਿਰ ਜੇ ਮਤਲਬ ਲੋਕਾਂ ਨੇ ਨੋਟਾਂ ਬਦਲ ਹੈ ਜਾਂ ਨਹੀਂ, ਜੇ ਲੋਕਾਂ ਨੇ ਵੋਟਾਂ, ਤੁਸੀਂ ਕਹਿੰਦੇ ਵੋਟ ਸਿਸਟਮ ਦੇ ਵਿੱਚ ਰਹਿਣਾ ਹੀ ਆ ਲੋਕਾਂ ਨੇ, ਵੀ ਉਹ ਨੋਟਾਂ ਨੂੰ ਵੋਟ ਪਾ ਦੇਣ। ਨੋਟਾਂ ਨੂੰ ਵੋਟ ਪਾਉਣ ਦਾ ਮਤਲਬ ਤਾਂ ਇਹੀ ਹੈ ਨਾ ਵੀ ਤੁਸੀਂ, ਸਰਕਾਰ ਨੇ ਤੁਹਾਨੂੰ ਇੱਕ ਵਰਾਉਣ ਵਾਸਤੇ ਇੱਕ ਹੋਰ ਚੀਜ਼ ਦੇਤੀ ਵੀ ਚੱਲ ਜੇ ਤੁਹਾਨੂੰ ਕੋਈ ਉਮੀਦਵਾਰ ਚੰਗਾ ਨਹੀਂ ਲੱਗਦਾ ਆਹ ਬਟਨ ਦੱਬਿਓ। ਉਹ ਗੱਲ ਤਾਂ ਇਹ ਹੈ ਵੀ ਇਸ ਬਟਨ ਦੱਬਣ ਨਾਲ ਵਾਪਰੂ ਕੀ? ਇਹੀ ਵਾਪਰ ਜੂ ਵੀ ਇੰਨੇ ਹਜ਼ਾਰ ਲੋਕਾਂ ਨੇ ਐਂ ਕਹਿਤਾ ਵੀ ਸਾਨੂੰ ਉਮੀਦਵਾਰ ਚੰਗਾ ਨਹੀਂ ਲੱਗਦਾ, ਇਹਦੇ ਨਾਲ ਕੋਈ ਦੁਬਾਰਾ ਵੋਟਾਂ ਪਾਉਣ ਦਾ ਮਸਲਾ ਖੜਾ ਹੋ ਜੂ, ਇਹਦੇ ਨਾਲ ਕੋਈ ਵਿਧਾਨ ਸਭਾ ਦੀ ਕ੍ਰੈਡੀਬਿਲਿਟੀ ਤੇ ਆਂਚ ਆ ਜੂ, ਇਹਦੇ ਨਾਲ ਵਿਧਾਨ ਸਭਾ ਦੇ ਵਾਸਤੇ ਸੰਕਟ ਖੜਾ ਹੋ ਜੂ ਵੀ ਹੁਣ ਯਾਰ ਕਿਵੇਂ ਚੁਣੀਏ। ਕੁਝ ਨਹੀਂ ਵਾਪਰਨਾ, ਇਹੋ ਜਿਹੀ ਕੋਈ ਆਪਸ਼ਨ ਨਹੀਂ। ਭਾਵੇਂ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ 50% ਤੋਂ ਵੱਧ ਲੋਕ ਵੀ ਨੋਟਾ ਦੱਬੇ ਹੋਣ, ਉਮੀਦਵਾਰ ਫਿਰ ਵੀ ਜਿੱਤ ਜਾਣਗੇ। ਇਸ ਕਰਕੇ ਇਹ ਬਦਲ ਨਹੀਂ ਹੈ, ਇਹ ਤਾਂ ਅਸਲ 'ਚ ਬਦਲ ਭਾਲਦੇ ਲੋਕਾਂ ਨੂੰ ਇੱਕ ਹੋਰ ਬਟਨ ਲਾਤਾ। ਵੋਟਿੰਗ ਢਾਂਚੇ ਦੇ ਵਿੱਚ ਹੀ ਇੱਕ ਨਵਾਂ ਬਟਨ ਦੇਤਾ ਵੀ ਜੇ ਤੁਹਾਨੂੰ ਉਮੀਦਵਾਰਾਂ 'ਚੋਂ ਨਹੀਂ ਕੋਈ ਚੰਗਾ ਲੱਗਦਾ ਤੁਸੀਂ ਆਹ ਦੱਬ ਕੇ ਬਿਰ ਜਾਓ।
ਇਦੋਂ ਵੀ ਵੈਸੇ ਜਿਹੜਾ ਕੋਈ ਐਂ ਸਮਝਦਾ ਉਹਦੇ 'ਚ ਇੱਕ ਖਤਰਨਾਕ ਗੱਲ ਤਾਂ ਇਹ ਹੈ ਵੀ ਜਿਹੜੀਆਂ ਲੋਕ ਪੱਖੀ ਸ਼ਕਤੀਆਂ ਵੀ ਜਿਹੜੀਆਂ ਵੈਸੇ ਤਾਂ ਇਨਕਲਾਬ ਦੀ ਗੱਲ ਕਰਦੀਆਂ, ਵੈਸੇ ਤਾਂ ਉਹ ਕਹਿੰਦੇ ਆ ਵੀ ਦੇਸ਼ 'ਚ ਇਨਕਲਾਬ ਕਰਨਾ, ਇਹਦੇ ਨਾਲ ਕੁਝ ਨਹੀਂ ਹੋਣਾ, ਜੇ ਕੋਈ ਉਹੋ ਜਿਹਾ ਹਿੱਸਾ ਵੀ ਨੋਟਾਂ ਦਾ ਬਟਨ ਦੱਬਣ ਦੀ ਗੱਲ ਕਰਦਾ ਤਾਂ ਇਹਦਾ ਮਤਲਬ ਇਹੀ ਬਣ ਜਾਂਦਾ ਵੀ ਤੁਸੀਂ ਫਿਰ ਵੋਟਾਂ ਦੇ ਵਿੱਚ ਇੱਕ ਤਰ੍ਹਾਂ ਇਸ ਪਾਰਲੀਮਾਨੀ ਸਿਸਟਮ 'ਚ ਹੀ ਭਾਗ ਲੈ ਰਹੇ ਹੋ। ਇਹਦਾ ਮਤਲਬ ਵੀ ਤੁਸੀਂ ਉਹਦਾ ਹਿੱਸਾ ਹੀ ਬਣ ਰਹੇ ਹੋ, ਇਹੀ ਸੋਚ ਰਹੇ ਹੋ ਵੀ ਠੀਕ ਆ ਫਿਰ ਜੇ ਇਹੀ ਤਾਂ ਹਕੂਮਤ ਚਾਹੁੰਦੀ ਹੈ। ਹਕੂਮਤ ਦਾ ਮਤਲਬ ਜਿਹੜੇ ਆਪਣੇ ਰਾਜ ਭਾਗ ਚਾਹੁੰਦਾ ਵੀ ਠੀਕ ਆ ਵੀ ਇੱਕ ਬਟਨ ਦੱਬ ਕੇ ਹੁਣ ਇਹਦੇ ਨਾਲ ਬਰਾ ਦਿਓ। ਇਸ ਕਰਕੇ ਕੋਈ ਬਦਲ ਨਹੀਂ ਹੈ, ਇਹ ਤਾਂ ਇਸੇ ਦੇ ਵਿੱਚ ਹੀ ਭਾਗ ਲੈਣਾ, ਇਸੇ ਪਾਰਲੀਮਾਨੀ ਸਿਸਟਮ ਦਾ ਹਿੱਸਾ ਬਣਨਾ ਤੇ ਉਹਦੇ ਵਿੱਚ ਹੀ ਲੋਕਾਂ ਨੂੰ ਜਿਹੜਾ ਉਹਨਾਂ ਨੇ ਇੱਕ ਆਰ ਲਾਉਣ ਦਾ ਕੰਮ ਕੀਤਾ ਉਹ ਲਾਉਣਾ। ਇਸ ਕਰਕੇ ਇਹਨਾਂ ਗੱਲਾਂ 'ਚ ਪੈਣ ਦੀ ਲੋੜ ਨਹੀਂ ਹੈ। ਉਹ ਠੀਕ ਆ ਵੀ ਕੋਈ ਨੋਟਾ ਦੱਬ ਕੇ ਆਉਂਦਾ ਨੋਟਾ ਦੱਬਿਆ ਵੇ, ਐਂ ਤਾਂ ਹੁਣ ਲੋਕ ਸੰਘਰਸ਼ ਵੀ ਕਰਦੇ ਆ, ਵੋਟਾਂ ਵੀ ਪਾ ਆਉਂਦੇ ਆ। ਸਵਾਲ ਇਹ ਹੈ ਵੀ ਉਹਨਾਂ ਦੀਆਂ ਵੋਟਾਂ ਦੇ ਸਿਸਟਮ ਤੋਂ ਝਾਕ ਖਤਮ ਕਰੋ। ਇਸ ਗੱਲ ਤੋਂ ਜਿੰਨਾ ਚਿਰ ਲੋਕਾਂ ਦੇ ਮਨ 'ਚੋਂ ਇਹ ਗੱਲ ਨਹੀਂ ਨਾ ਮੁੱਕਦੀ ਵੀ ਵੋਟਾਂ ਰਾਹੀਂ ਤਬਦੀਲੀ, ਲੋਕਾਂ ਨੂੰ ਇਹ ਸਮਝਣਾ ਪਊਗਾ ਵੀ ਤਬਦੀਲੀ ਵੋਟਾਂ ਰਾਹੀਂ ਹੋਣੀ ਨਹੀਂ, ਤਬਦੀਲੀ ਸੰਘਰਸ਼ਾਂ ਰਾਹੀਂ ਹੋਣੀ ਹੈ। ਜਿੰਨੇ ਕੁ ਸੰਘਰਸ਼ ਹੋਣਗੇ ਉਨੀ ਕੁ ਤਬਦੀਲੀ ਹੋ ਜੂ। ਇੱਕ ਤਬਦੀਲੀ ਤਾਂ ਹੋਈ ਪੰਜਾਬ 'ਚ ਵੀ ਲੋਕਾਂ ਨੂੰ ਹੱਕਾਂ ਦੀ ਜਾਗ ਲੱਗ ਗਈ, ਲੋਕਾਂ ਨੂੰ ਹੱਕਾਂ ਦੀ ਚੇਤਨਾ ਆ ਗਈ। ਕੋਈ ਲੋਕਾਂ ਨਾਲ ਜ਼ਬਰ ਵਿਤਕਰੇ ਦਾ ਮਸਲਾ ਹੋਵੇ, ਧਰਨਾ ਲੱਗ ਜਾਂਦਾ, ਘਰਾਓ ਹੋ ਜਾਂਦਾ, ਥਾਣੇ ਦਾ ਰੌਲਾ ਪੈ ਜਾਂਦਾ। ਇਹ ਹੱਕਾਂ ਦੀ ਚੇਤਨਾ, ਇਹੀ ਬਦਲ ਹੈ ਵੋਟਾਂ ਦਾ। ਪਰ ਇਹ ਛੋਟਾ ਜਿਹਾ ਬਦਲ ਹੈ, ਹਲੇ ਬਣ ਰਿਹਾ ਬਦਲ ਹੈ। ਇਹਨੂੰ ਵੱਡਾ ਕਰੋ, ਇਹਨੂੰ ਤਕੜਾ ਕਰੋ, ਇਹਨੂੰ ਵੱਡੇ ਮੁੱਦਿਆਂ ਤੇ ਲੈ ਕੇ ਜਾਓ। ਗੱਲ ਇੱਥੇ ਪਹੁੰਚ ਜੇ ਵੀ ਸਾਮਰਾਜ ਨਾਲ ਫਲਾਣੀ ਸੰਧੀ ਰੱਦ ਕਰਕੇ ਆਓ, ਗੱਲ ਇੱਥੇ ਪਹੁੰਚ ਜੇ ਵੀ WTO 'ਚੋਂ ਬਾਹਰ ਆਓ, ਗੱਲ ਇੱਥੇ ਪਹੁੰਚ ਜੇ ਵੀ ਕਰਜ਼ੇ ਕਾਰਪੋਰੇਟਾਂ ਨੂੰ ਕਿਉਂ, ਬੈਂਕ ਦੀ ਪਾਲਿਸੀ ਬਣੇ ਕਰਜ਼ੇ ਇਹਨਾਂ ਨੂੰ, ਗੱਲ ਇੱਥੇ ਪਹੁੰਚ ਜੇ। ਇਹਨੂੰ ਕਿਵੇਂ ਤਕੜਾ ਕਰਨਾ, ਇਹਨੂੰ ਕਿਵੇਂ ਮਜ਼ਬੂਤ ਕਰਨਾ, ਇੱਧਰ ਨੂੰ ਸੋਚੋ। ਚਾਹੇ ਕੋਈ ਨੋਟਾ ਦੱਬਿਆ ਵੇ ਨਾ ਦੱਬਿਆ ਵੇ, ਐਂ ਤਾਂ ਲੋਕ ਹੁਣ ਵੋਟ ਪਾ ਵੀ ਆਉਣਗੇ। ਯੂਨੀਅਨ ਵਾਲੇ ਕਿੰਨੇ ਲੋਕ ਵੀ ਜਿਹੜੇ ਸੰਘਰਸ਼ਾਂ 'ਚ ਹੁੰਦੇ ਵੋਟ ਪਾ ਆਉਂਦੇ ਆ, ਪਰ ਹੌਲੀ ਹੌਲੀ ਜਿਉਂ ਜਿਉਂ ਉਹਨਾਂ ਨੂੰ ਚੇਤਨਾ ਆਉਂਦੀ ਜਾਂਦੀ ਫਿਰ ਉਹਨਾਂ ਨੂੰ ਵੋਟ ਪਾਉਣਾ ਵੀ ਨਿਰਾਰਥਕ ਲੱਗਣ ਲੱਗ ਜਾਂਦਾ। ਫਿਰ ਐਂ ਲੱਗਦਾ ਵੀ ਇਹਦੀ ਕੀ ਲੋੜ ਹੈ। ਉੱਧਰ ਕੁਛ ਕਰਨ ਨਾ ਕਰਨ ਨਾਲੋਂ ਵੱਡੀ ਗੱਲ ਹੈ ਜੋ ਸੰਘਰਸ਼ਾਂ 'ਚ ਕਰਨ ਵਾਲਾ ਉਹਨੂੰ ਕਰੋ। ਸੰਘਰਸ਼ ਛੋਟੀਆਂ ਛੋਟੀਆਂ ਗੱਲਾਂ 'ਤੇ ਲੜਦੇ ਆ, ਇਹਨਾਂ ਗੱਲਾਂ 'ਤੇ ਲੜਦੇ ਆ ਵੀ ਸਰਕਾਰ ਨੇ ਅੱਜ ਆਹ ਝਾਪਟ ਮਾਰ ਲਈ, ਸਰਕਾਰ ਨੇ ਮੁਲਾਜ਼ਮਾਂ ਦਾ DA ਕੱਟ ਲਿਆ, ਸਰਕਾਰ ਨੇ ਫੀਸ ਵਧਾਤੀ, ਸਰਕਾਰ ਨੇ ਮੋਟਰਾਂ ਨੂੰ ਬਿੱਲ ਲਾਤੇ, ਉਦੋਂ ਲੜਦੇ ਆ ਲੋਕ। ਲੋਕ ਐਂ ਨਹੀਂ ਲੜਦੇ ਵੀ MSP ਬਾਰੇ ਆਹ ਪਾਲਿਸੀ ਬਣਾਓ, ਬਿਜਲੀ ਖੇਤਰ ਦੇ ਮਾਮਲੇ 'ਚ ਆਹ ਪਾਲਿਸੀ ਬਣਾਓ, ਆਹ ਫਲਾਣੀ ਪਾਲਿਸੀ ਰੱਦ ਕਰੋ। ਇਸ ਕਰਕੇ ਲੋਕਾਂ ਦੇ ਸੰਘਰਸ਼ਾਂ ਦਾ ਕੰਮ ਹੈ ਵੀ ਉਹ ਰੋਜ਼ਮर्रा ਦੇ ਨਿੱਕੇ ਨਿੱਕੇ ਮੁੱਦਿਆਂ ਦੇ ਸੰਘਰਸ਼ਾਂ ਨੂੰ ਨੀਤੀਆਂ ਦੇ ਸੰਘਰਸ਼ਾਂ 'ਚ ਬਦਲੋ, ਵੀ ਨੀਤੀਆਂ ਬਦਲੋ, ਆਹ ਨੀਤੀ ਬਣਾਓ, ਇਹਦਾ ਫਿਕਰ ਕਰਨ ਲੋਕ। ਤੇ ਇਕੱਲੇ ਇਕੱਲੇ ਨਾ ਲੜਨ। ਕਿਸਾਨ, ਮਜ਼ਦੂਰ, ਮੁਲਾਜ਼ਮ, ਛੋਟੇ ਸਨਅਤਕਾਰ, ਵਿਦਿਆਰਥੀ, ਨੌਜਵਾਨ, ਦਲਿਤ ਹਿੱਸੇ, ਇਹ ਸਾਰੇ ਰਲ ਕੇ ਲੜਨ। ਆਹ ਦੋ ਕੰਮ ਜੇ ਕਰਦੇ ਨੇ ਫਿਰ ਹੀ ਚੋਣਾਂ ਤੋਂ ਜਿਹੜਾ ਬਦਲਵਾਂ ਰਾਹ ਤੇ ਬਦਲਵਾਂ ਜਣੀ ਕੁਛ ਦਿਖ ਸਕਦਾ। ਨਹੀਂ ਤਾਂ ਫਿਰ ਠੀਕ ਹੈ, ਨਿੱਕੇ ਨਿੱਕੇ ਲਾਰੇ ਜੇ ਚੋਣਾਂ ਦੇ ਦਿਨਾਂ 'ਚੋਂ ਲਾ ਦਿੰਦੇ ਆ। ਉਹ ਕਹਿ ਦਿੰਦੇ ਆ ਵੀ ਠੀਕ ਹੈ ਅਸੀਂ ਤੁਹਾਨੂੰ 2000 ਦਿਆਂਗੇ, ਅਸੀਂ 1500 ਦਿਆਂਗੇ, ਅਸੀਂ ਆਹ ਦਿਆਂਗੇ, ਇਹ ਕਹਿ ਕੇ ਉਹ ਬਰਾ ਕੇ ਉੱਠ ਜਾਂਦੇ ਆ। ਆਪਾਂ ਫਿਰ ਸੰਘਰਸ਼ ਸ਼ੁਰੂ ਕਰ ਦਿੰਦੇ ਵੀ ਤੁਸੀਂ 1500 ਕਿਹਾ ਸੀ ਦਿਓ। ਸੰਘਰਸ਼ ਵੀ ਤਾਂ ਇੱਥੇ ਹੀ ਖੜੇ ਹੁੰਦੇ ਆ ਨਾ ਵੀ ਤੁਸੀਂ ਕਿਹਾ ਸੀ ਪੈਨਸ਼ਨ ਦਿਆਂਗੇ, ਹੁਣ ਦਿੰਦੇ ਨਹੀਂ। ਤੁਸੀਂ ਕਿਹਾ ਸੀ ਵੀ ਅਸੀਂ 200 ਯੂਨਿਟ ਮਾਫ ਕਰਾਂਗੇ, ਕਰਦੇ ਨਹੀਂ। ਇਹਨੇ ਨਾਲ ਨਹੀਂ ਕੰਮ ਚੱਲਣਾ, ਇਦੋਂ ਗਾਹਾਂ ਵਧੋ ਵੱਡੇ ਮੁੱਦਿਆਂ ਤੇ ਅੱਗੇ ਵਧਣ ਦੀ ਲੋੜ ਹੈ। ਤਾਂ ਗੱਲਬਾਤ ਕੀਤੀ ਚੋਣਾਂ ਦੇ ਸਬੰਧ ਦੇ ਵਿੱਚ ਕਿ ਚੋਣਾਂ ਬਦਲਾ ਲਿਆ ਸਕਦੀਆਂ, ਕੀ ਨੋਟਾ ਬਟਨ ਦੱਬਣ ਨਾਲ ਕੋਈ ਫਾਇਦਾ ਹੋਵੇਗਾ? ਤਾਂ ਭਗਵੰਤ ਸਿੰਘ ਦਾ ਇਹ ਕਹਿਣਾ ਹੈ ਕਿ ਨਾ ਤਾਂ ਚੋਣਾਂ ਬਦਲਾ ਲਿਆ ਸਕਦੀਆਂ, ਤੇ ਜੇਕਰ ਚੋਣਾਂ ਬਦਲਾ ਲਿਆ ਸਕਦੀਆਂ ਹੁੰਦੀਆਂ ਤਾਂ ਇਹ ਚੋਣਾਂ ਕਦੋਂ ਦੀਆਂ ਖਤਮ ਕਰ ਦਿੰਦਾ। ਇਹ ਪ੍ਰਬੰਧ ਨੇ ਚੋਣਾਂ ਆਪਣੇ ਫਾਇਦੇ ਲਈ ਰੱਖੀਆਂ। ਜੋ ਪਾਰਲੀਮੈਂਟ ਹੈ, ਜੋ ਅਸੈਂਬਲੀਆਂ, ਇਹ ਸਿਰਫ ਤੇ ਸਿਰਫ ਸਰਮਾਏਦਾਰਾਂ ਲਈ ਹੈ, ਜਗੀਰਦਾਰਾਂ ਲਈ ਹੈ, ਇਹ ਆਮ ਲੋਕਾਂ ਲਈ ਨਹੀਂ ਹੈ। ਤੇ ਲੋਕਾਂ ਨੂੰ ਇਹ ਭੁਲੇਖੇ 'ਚ ਰੱਖਿਆ ਜਾਂਦਾ ਹੈ ਕਿ ਤੁਹਾਡੇ ਲਈ ਹੈ, ਤੇ ਲੋਕ ਇਹਨਾਂ ਵੋਟਾਂ ਦੇ ਵਿੱਚੋਂ ਬਦਲਾਅ ਦੀ ਇੱਛਾ ਰੱਖਦੇ। ਉਹਨਾਂ ਦਾ ਕਹਿਣਾ ਕਿ ਵੋਟਾਂ ਨਾਲ ਬਦਲਾਅ ਨਹੀਂ ਆਉਣਾ, ਬਦਲਾਅ ਤੁਹਾਡੇ ਸੰਘਰਸ਼ਾਂ ਦੇ ਨਾਲ ਆਉਣਾ ਹੈ। ਤਦ ਤੱਕ ਦੇ ਲਈ ਦੇਖਦੇ ਰਹੋ ਲੋਕਵਾਈ TV ਦੇ ਨਾਲ ਜੁੜੇ ਰਹੋ। ਕੈਮਰਾ ਪਰਸਨ ਹਿਮਤਾਜ ਢਿੱਲੋਂ ਦੇ ਨਾਲ ਮਨਿੰਦਰਜੀਤ ਸਿੱਧੂ।